ਭਾਵੇਂ ਦੁਨੀਆ ਵਿੱਚ ਅਣਗਿਣਤ ਸ਼ਹੀਦ ਹੋਏ ਨੇ, ਸ਼ਹੀਦਾਂ ਦਾ ਜ਼ਿਕਰ ਮਿਲਦਾ ਹੈ, ਪਰ ਸ਼ਹੀਦਾਂ ਦੇ ਸਿਰ ਦੇ ਤਾਜ ਹੋਣ ਦਾ ਮਾਣ ਕੇਵਲ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪ੍ਰਾਪਤ ਹੈ। ਸ਼ਹੀਦੀ ਦੇ ਜਿਹੜੇ ਕਾਰਨ ਵਿਦਵਾਨਾਂ ਨੇ ਵੱਖ-ਵੱਖ ਲਿਖੇ ਨੇ, ਜਿਵੇਂ ਕਿ ਚੰਦੂ ਦੀ ਲੜਕੀ ਦਾ ਰਿਸ਼ਤਾ ਵਾਪਸ ਕਰਨਾ, ਚੰਦੂ ਦੀ ਵਿਰੋਧਤਾ, ਗੁਰਤਾ ਗੱਦੀ ਨੂੰ ਪ੍ਰਾਪਤ ਕਰਨ ਦੇ ਲਈ ਪ੍ਰਿਥੀ ਚੰਦ ਦੀ ਵਿਰੋਧਤਾ, ਜਾ ਕੇ ਜਹਾਂਗੀਰ ਦੇ ਕੰਨ ਭਰਨੇ, ਸ਼ੇਖ ਅਹਿਮਦ ਸ਼ਾਹ ਸਰਹੰਦੀ ਜੋ ਕਿ ਕੱਟੜ ਮੁਸਲਮਾਨ ਸੀ, ਜੋ ਸਿੱਖੀ ਨੂੰ ਪ੍ਰਫੁੱਲਤ ਹੋਇਆ ਨਹੀਂ ਵੇਖ ਸਕਦਾ ਸੀ। ਚੌਥਾ ਮੁਰਤਜ਼ਾ ਖਾਨ, ਇਹ ਵੀ ਕੱਟੜ ਮੁਸਲਮਾਨ ਸੀ, ਇਹ ਵੀ ਸਿੱਖੀ ਨੂੰ ਪ੍ਰਫੁੱਲਤ ਹੁੰਦਾ ਵੇਖ ਅੰਦਰੋਂ ਇਹ ਵੀ ਦੁਖੀ ਸੀ, ਇਹਨੇ ਵੀ ਜਹਾਂਗੀਰ ਦੇ ਕੰਨ ਭਰੇ। ਦੇਖੋ, ਕਾਰਨ ਭਾਵੇਂ ਕੋਈ ਵੀ ਰਿਹਾ ਹੋਵੇ, ਪਰ ਅਸਲ ਵਿੱਚ ਇਹ ਸਾਰੇ ਇਸ ਗੱਲੋਂ ਦੁਖੀ ਸਨ ਵੀ ਸਿੱਖੀ ਬਹੁਤ ਪ੍ਰਫੁੱਲਤ ਹੋ ਰਹੀ ਸੀ। ਅਣਗਿਣਤ ਲੋਕ ਗੁਰੂ ਨਾਨਕ ਦੇ ਘਰ ਦੇ ਮੁਰੀਦ ਬਣਦੇ ਜਾ ਰਹੇ ਸਨ, ਜੋ ਇਹਨਾਂ ਨੂੰ ਨਹੀਂ ਭਾ ਰਿਹਾ ਸੀ। ਦੇਖੋ, ਅਕਬਰ ਨੇ 50 ਵਰੇ ਰਾਜ ਕੀਤਾ, ਨਿਰਪੱਖ ਰਾਜ। ਉਹਨੇ ਹਰੇਕ ਧਰਮ ਦਾ ਸਤਿਕਾਰ ਕੀਤਾ, ਹਰੇਕ ਧਰਮ ਨੂੰ ਸਤਿਕਾਰਿਆ। ਅਨੇਕਾਂ ਵਾਰ ਅਕਬਰ ਬਾਦਸ਼ਾਹ ਗੁਰੂ ਘਰ ਵਿੱਚ ਹਾਜ਼ਰੀ ਭਰ ਚੁੱਕਾ ਸੀ, ਪਰ ਅਕਬਰ ਜਿੱਥੇ ਨਿਰਪੱਖ ਰਾਜ ਕੀਤਾ, ਨਿਰਪੱਖ ਕਰਕੇ ਉਹਨੂੰ ਜਾਣਿਆ ਜਾਂਦਾ ਵੀ ਨਿਰਪੱਖ ਰਾਜਾ ਸੀ, ਹਰੇਕ ਧਰਮ ਦਾ ਉਹਨੇ ਸਤਿਕਾਰ ਕੀਤਾ। ਉੱਥੇ ਹੀ ਉਹਦਾ ਪੁੱਤਰ ਸਲੀਮ, ਜਿਹਦੇ ਬਾਬਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਵੀ ਇਹ ਸ਼ਰਾਬੀ, ਕਬਾਬੀ, ਅਨਪੜ੍ਹ, ਮੂਰਖ ਕਿਸਮ ਦਾ ਇਨਸਾਨ ਸੀ। ਅਕਬਰ ਆਪਣੀ ਲਿਖਤ ਵਿੱਚ ਇੱਥੇ ਤੱਕ ਲਿਖਿਆ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਆਪਣੇ ਪੁੱਤਰ ਸਲੀਮ ਨੂੰ ਨਾ ਬਣਾ ਕੇ ਆਪਣੇ ਪੋਤਰੇ ਨੂੰ ਬਣਾਵਾਂਗਾ, ਕਿਉਂਕਿ ਇਹਦੀ ਹਰਕਤਾਂ ਤੋਂ ਜਾਣੂ ਸੀ, ਉਹਨੂੰ ਪਤਾ ਸੀ। ਪਰ ਸ਼ੇਖ ਅਹਿਮਦ ਸ਼ਾਹ ਸਰਹੰਦੀ, ਨਵਾਬ ਮੁਰਤਜ਼ਾ ਖਾਨ, ਇਹ ਜਾ ਕੇ ਸਲੀਮ ਨੂੰ ਮਿਲੇ ਤੇ ਸਲੀਮ ਨੂੰ ਆਖਿਆ ਵੀ ਤੈਨੂੰ ਵੀ ਪਤਾ ਹੈ, ਅਸੀਂ ਵੀ ਭਲੀ ਭਾਂਤ ਜਾਣਦੇ ਆ ਵੀ ਤੇਰੇ ਪਿਤਾ ਨੇ ਤੈਨੂੰ ਰਾਜਗੱਦੀ ਨਹੀਂ ਦੇਣੀ, ਰਾਜ ਭਾਗ ਤੈਨੂੰ ਨਹੀਂ ਸੌਂਪਣਾ, ਉਹ ਤੇਰੇ ਪੁੱਤਰ ਨੂੰ ਹਿੰਦੁਸਤਾਨ ਦਾ ਬਾਦਸ਼ਾਹ ਬਣਾਉਣਾ ਚਾਹੁੰਦਾ ਹੈ, ਪਰ ਅਸੀਂ ਤੇਰੀ ਮਦਦ ਕਰ ਸਕਦੇ ਹਾਂ, ਅਸੀਂ ਤੈਨੂੰ ਬਾਦਸ਼ਾਹੀ ਦਵਾ ਸਕਦੇ ਹਾਂ, ਪਰ ਸਾਡੀਆਂ ਕੁਝ ਸ਼ਰਤਾਂ ਨੇ ਜੋ ਤੈਨੂੰ ਮੰਨਣੀਆਂ ਪੈਣੀਆਂ ਨੇ। ਹੁਣ ਸਲੀਮ ਜੋ ਅਨਪੜ੍ਹ ਸ਼ਰਾਬੀ ਕਬਾਬੀ ਬੰਦਾ ਸੀ, ਉਹਨੇ ਹਾਮੀ ਭਰ ਦਿੱਤੀ, ਕਿਉਂਕਿ ਰਾਜ ਚਾਹੀਦਾ ਸੀ। ਇਹਨਾਂ ਸਾਰਿਆਂ ਨੇ ਮਿਲ ਕੇ ਕੀ ਕੀਤਾ, ਰੋਜ਼ ਖਾਣੇ ਵਿੱਚ ਥੋੜਾ ਥੋੜਾ ਜ਼ਹਿਰ ਮਿਲਾ ਕੇ ਅਕਬਰ ਬਾਦਸ਼ਾਹ ਨੂੰ ਦੇਣਾ ਸ਼ੁਰੂ ਕੀਤਾ। ਹੁਣ ਕਈ ਮਹੀਨੇ ਵਧੀਆ ਚੱਲਦਾ ਰਿਹਾ। ਜਦੋਂ ਵੇਖਿਆ ਵੀ ਅਕਬਰ ਸਰੀਰ ਕਰਕੇ ਨਿਰਬਲ ਹੋ ਗਿਆ, ਕਮਜ਼ੋਰ ਹੋ ਗਿਆ, ਇਹਨਾਂ ਨੇ ਸਲੀਮ ਨੂੰ ਬਾਦਸ਼ਾਹ ਘੋਸ਼ਿਤ ਕਰ ਦਿੱਤਾ ਵੀ ਹਿੰਦੁਸਤਾਨ ਦਾ ਜਿਹੜਾ ਬਾਦਸ਼ਾਹ ਉਹ ਸਲੀਮ ਹੈ, ਸ਼ਹਿਜ਼ਾਦਾ ਸਲੀਮ। ਹੁਣ ਜਿਵੇਂ ਇਹ ਬਾਦਸ਼ਾਹ ਬਣਿਆ, ਇਹਨੇ ਆਪਣਾ ਨਾਮ ਬਦਲ ਕੇ ਰੱਖਿਆ ਜਹਾਂਗੀਰ। ਜਹਾਂਗੀਰ ਵੀ ਸਾਰਾ ਹਿੰਦੁਸਤਾਨ, ਸਾਰਾ ਜਹਾਨ ਹੁਣ ਮੇਰੀ ਮੁੱਠੀ ਵਿੱਚ ਹੈ, ਨਾਮ ਬਦਲ ਕੇ ਰੱਖਿਆ। ਹੁਣ ਇਹਨੂੰ ਬਾਦਸ਼ਾਹੀ ਤਾਂ ਦਵਾ ਦਿੱਤੀ। ਹੁਣ ਗੱਲ ਸੀ ਵੀ ਜਿਹੜੀ ਸ਼ਰਤ ਰੱਖੀ ਗਈ ਸੀ ਵੀ ਤੈਨੂੰ ਅਸੀਂ ਬਾਦਸ਼ਾਹ ਬਣਾਵਾਂਗੇ, ਤੈਨੂੰ ਸਾਡੀਆਂ ਕੁਝ ਗੱਲਾਂ, ਕੁਝ ਸ਼ਰਤਾਂ ਮੰਨਣੀਆਂ ਪੈਣੀਆਂ ਨੇ। ਹੁਣ ਪਹਿਲੀ ਸ਼ਰਤ ਇਹ ਰੱਖੀ ਇਹਨਾਂ ਨੇ, ਸ਼ੇਖ ਅਹਿਮਦ ਸ਼ਾਹ ਸਰਹੰਦੀ ਤੇ ਮੁਰਤਜ਼ਾ ਖਾਨ ਨੇ, ਦੇਖੋ ਅਸੀਂ ਸਤਿਕਾਰ ਵਜੋਂ ਸਾਡੇ ਗੁਰੂ ਸਾਹਿਬ ਨੇ, ਅਸੀਂ ਗੁਰੂ ਸਾਹਿਬ ਆਖਦੇ ਆ, ਇਹਨਾਂ ਨੇ ਜੋ ਲਫ਼ਜ਼ ਵਰਤੇ ਨੇ ਵੀ ਗੁਰੂ ਅਰਜਨ ਦੀ ਜਿਹੜੀ ਦੁਕਾਨ ਝੂਠ ਦੀ ਚੱਲ ਰਹੀ ਹੈ, ਵੀ ਸਾਡੇ ਅਣਗਿਣਤ ਭੋਲੇ ਭਾਲੇ ਮੁਸਲਮਾਨ ਵੀ ਉਹਨਾਂ ਦੇ ਮੁਰੀਦ ਬਣ ਗਏ ਨੇ, ਵੀ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਏ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਸ਼ੇਖ ਅਹਿਮਦ ਸ਼ਾਹ ਸਰਹੰਦੀ ਤੇ ਮੁਰਤਜ਼ਾ ਖਾਨ ਤੇ ਦੂਜਾ ਪ੍ਰਿਥੀ ਚੰਦ, ਉਹਨੂੰ ਵੀ ਮੌਕਾ ਮਿਲ ਗਿਆ, ਉਹਨੇ ਵੀ ਜਾ ਕੇ ਫਰਿਆਦ ਕੀਤੀ ਵੀ ਮੈਂ ਵੱਡਾ ਹਾਂ, ਮੇਰਾ ਹੱਕ ਬਣਦਾ ਹੈ ਗੁਰਿਆਈ ਤੇ, ਪਰ ਮੇਰੇ ਭਰਾ ਨੇ ਜ਼ਬਰਦਸਤੀ ਕਬਜ਼ਾ ਕਰ ਲਿਆ, ਮੈਨੂੰ ਗੁਰਿਆਈ ਸੌਂਪੀ ਜਾਏ। ਹੁਣ ਪ੍ਰਿਥੀ ਚੰਦ ਦੇ ਵੀ ਜਾ ਕੇ ਬਾਰ-ਬਾਰ ਜਹਾਂਗੀਰ ਦੇ ਕੰਨ ਭਰਨੇ। ਉਧਰ ਸ਼ੇਖ ਅਹਿਮਦ ਸ਼ਾਹ ਸਰਹੰਦੀ, ਮੁਰਤਜ਼ਾ ਖਾਨ ਹਰ ਰੋਜ਼ ਉਹਦੇ ਕੰਨ ਭਰਦੇ।
ਤੇ ਤੀਜਾ ਇੱਕ ਕਾਰਨ ਇਹ ਵੀ ਹੋ ਗਿਆ ਵੀ ਚੰਦੂ ਦੀ ਲੜਕੀ ਦਾ ਰਿਸ਼ਤਾ ਗੁਰੂ ਸਾਹਿਬ ਨੇ ਵਾਪਸ ਮੋੜਿਆ। ਉਹ ਕਾਰਨ ਇਹ, ਜੋ ਚੰਦੂ ਦੀ ਲੜਕੀ ਜਵਾਨ ਹੋਈ, ਇਹਨੇ ਆਪਣੇ ਅਹਿਲਕਾਰ ਨੂੰ ਭੇਜਿਆ, ਮੇਰੀ ਹੈਸੀਅਤ ਦੇ ਬਰਾਬਰ ਦਾ ਘਰ ਲੱਭ ਕੇ ਤੁਸੀਂ ਰਿਸ਼ਤਾ ਕਰਿਓ। ਹੁਣ ਸਾਰੇ ਪਾਸੇ ਘੁੰਮਣ ਘਮਾਉਣ ਤੋਂ ਬਾਅਦ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਵਿੱਚ ਪਹੁੰਚੇ, ਜਾ ਕੇ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੇਖਿਆ, ਉੱਚਾ ਲੰਬਾ ਕੱਦ, ਸੁੰਦਰ ਸਵਰੂਪ, ਤੇ ਗੁਰੂ ਘਰ ਦੀ ਮਹਿਮਾ ਵੇਖੀ, ਇਹਨਾਂ ਨੇ ਰਿਸ਼ਤਾ ਪੱਕਾ ਕਰ ਦਿੱਤਾ। ਹੁਣ ਜਦੋਂ ਜਾ ਕੇ ਇਹਨਾਂ ਨੇ ਚੰਦੂ ਨੂੰ ਦੱਸਿਆ, ਉੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਵੀ ਮੌਜੂਦ ਸਨ। ਅਸੀਂ ਤੇਰੀ ਲੜਕੀ ਦਾ ਰਿਸ਼ਤਾ ਕਰੇ ਆਏ ਹਾਂ। ਪੁੱਛਿਆ ਕਿਹਦੇ ਘਰ? ਹੁਣ ਜਦੋਂ ਅਹਿਲਕਾਰਾਂ ਨੇ ਦੱਸਿਆ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਵੱਡੇ ਫਰਜ਼ੰਦ ਸਪੁੱਤਰ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ। ਹੁਣ ਚੰਦੂ ਨੇ ਜੋ ਹੰਕਾਰਿਆ ਸੀ ਰਾਜ ਭਾਗ ਦੇ ਨਸ਼ੇ ਵਿੱਚ, ਕਿਉਂਕਿ ਉੱਚੇ ਅਹੁਦੇ ਤੇ ਕਾਬਿਲ ਸੀ, ਉਹਨੇ ਅਹੰਕਾਰ ਭਰੇ ਬੋਲ ਬੋਲੇ, ਇਹ ਤੁਸੀਂ ਕੀ ਕਰ ਆਏ ਹੋ? ਚੁਬਾਰੇ ਦੀ ਇੱਟ ਮੋਰੀ ਨੂੰ ਲਾ ਆਏ ਹੋ। ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ ਤੇ ਗੁਰੂ ਘਰ ਨੂੰ ਮੋਰੀ। ਉਹਦਾ ਹੰਕਾਰ ਬੋਲ ਰਿਹਾ ਸੀ। ਜਦੋਂ ਇਹ ਵਚਨ, ਇਹ ਬੋਲ ਸਿੱਖਾਂ ਨੇ ਸੁਣੇ, ਉਹਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੱਸਣਾ ਕੀਤਾ ਵੀ ਇਹਨੇ ਗੁਰੂ ਨਾਨਕ ਦੇ ਘਰ ਨੂੰ ਮੋਰੀ ਦੱਸਿਆ ਤੇ ਆਪਣੇ ਆਪ ਨੂੰ ਚੁਬਾਰਾ ਦੱਸਦਾ ਹੈ। ਇਹਨੇ ਗੁਰੂ ਨਾਨਕ ਦੇ ਘਰ ਦੀ ਨਰਾਦਰੀ ਕੀਤੀ ਹੈ। ਮਾੜੇ ਬੋਲ ਬੋਲੇ ਨੇ, ਇਹਦੀ ਲੜਕੀ ਦਾ ਸਾਕ ਰਿਸ਼ਤਾ ਨਹੀਂ ਲੈਣਾ। ਸੋ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਹੁਣ ਚੰਦੂ ਦੇ ਮਨ ਅੰਦਰ ਵੀ ਕਿਤੇ ਨਾ ਕਿਤੇ ਵਿਰੋਧਤਾ ਸੀ। ਮੈਂ ਇੰਨੇ ਉੱਚੇ ਅਹੁਦੇ ਤੇ ਕਾਬਜ, ਇਹ ਗੁਰੂ ਸਾਹਿਬ ਨੂੰ ਫਕੀਰ ਹੀ ਸਮਝਦਾ ਸੀ। ਇੱਕ ਕਿ ਮੰਗ ਕੇ ਖਾਣ ਵਾਲੇ ਫਕੀਰ, ਉਹਨਾਂ ਦੀ ਕੀ ਮਜਾਲ, ਮੇਰੀ ਲੜਕੀ ਦਾ ਰਿਸ਼ਤਾ ਵਾਪਸ ਕਰ ਦਿੱਤਾ। ਇਹਨੇ ਵੀ ਜਾ ਕੇ ਜਹਾਂਗੀਰ ਦੇ ਰੋਜ਼ ਕੰਨ ਭਰਨੇ। ਹੁਣ ਜਦੋਂ ਰੋਜ਼ ਇੱਕ ਬੰਦੇ ਨੂੰ ਵਾਰ-ਵਾਰ ਕਦੇ ਮੁਰਤਜ਼ਾ ਖਾਨ ਆਖਦਾ ਹੈ, ਕਦੇ ਸ਼ੇਖ ਅਹਿਮਦ ਸਰਹੰਦੀ ਉਹਦੇ ਕੰਨ ਭਰਦਾ ਹੈ, ਕਦੇ ਪ੍ਰਿਥੀ ਚੰਦ ਉਹਦੇ ਕੋਲੇ ਪਹੁੰਚਦਾ ਹੈ, ਕਦੇ ਚੰਦੂ ਜਾ ਕੇ ਕੰਨ ਭਰਦਾ ਹੈ। ਆਖਰ ਜਹਾਂਗੀਰ ਨੇ ਆਪਣੇ ਮਨ ਅੰਦਰ ਨਿਰਣਾ ਬਣਾ ਲਿਆ ਵੀ ਗੁਰੂ ਸਾਹਿਬ ਨੂੰ ਸਜ਼ਾ ਦਿੱਤੀ ਜਾਏ। ਇਸ ਗੱਲ ਦੀ ਗਵਾਹੀ ਉਹਦੀ ਜੋ ਆਪਣੀ ਸਵੈ ਜੀਵਨੀ ਹੈ, ਤੁਝ ਕੇ ਜਹਾਂਗੀਰੀ, ਉਹਦੇ ਵਿੱਚ ਮਿਲਦੀ ਹੈ। ਉਹ ਲਿਖਦਾ ਹੈ ਵੀ ਮੈਨੂੰ ਬਹੁਤ ਸ਼ਿਕਾਇਤਾਂ ਮਿਲ ਰਹੀਆਂ ਸਨ। ਮੈਂ ਬਹੁਤ ਚਿਰ ਤੋਂ ਕਾਰਵਾਈ ਕਰਨੀ ਚਾਹੁੰਦਾ ਸੀ, ਝੂਠ ਦੀ ਦੁਕਾਨ ਨੂੰ ਬੰਦ ਕਰਨੀ ਚਾਹੁੰਦਾ ਸੀ, ਜੋ ਕਿ 5 ਪੀੜ੍ਹੀਆਂ 5 ਪੁਸਤਾਂ ਤੋਂ ਚੱਲੀ ਆ ਰਹੀ ਸੀ, ਪਰ ਮੈਨੂੰ ਕੋਈ ਬਹਾਨਾ ਨਹੀਂ ਮਿਲ ਰਿਹਾ। ਆਖਰ ਕਹਿੰਦਾ ਮੈਨੂੰ ਬਹਾਨਾ ਮਿਲ ਗਿਆ ਵੀ ਇਹਨਾਂ ਨੇ ਮੇਰੇ ਬਾਗੀ ਪੁੱਤਰ, ਦੇਖੋ ਕਹਿੰਦਾ ਮੈਂ ਬਹਾਨਾ ਲੱਭ ਰਿਹਾ ਸੀ। ਆਖਰ ਕਹਿੰਦੇ ਮੈਨੂੰ ਇੱਕ ਬਹਾਨਾ ਮਿਲ ਗਿਆ, ਇਹਨਾਂ ਨੇ ਮੇਰੇ ਬਾਗੀ ਪੁੱਤਰ ਖੁਸਰੋ ਨੂੰ ਆਪਣੇ ਦਰਬਾਰ ਵਿੱਚ ਪਨਾਹ ਦਿੱਤੀ, ਉਹਨੂੰ ਲੰਗਰ ਛਕਾਇਆ, ਉਹਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਤੇ ਹੁਣ ਦੇਖੋ ਜਹਾਂਗੀਰ ਨੇ ਫਰਮਾਨ ਜਾਰੀ ਕਰ ਦਿੱਤਾ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ। ਜੋ ਇਹਨਾਂ ਦੀ ਜ਼ਮੀਨ ਜਾਇਦਾਦ ਹੈ ਉਹ ਜ਼ਬਤ ਕਰ ਲਈ ਜਾਏ ਤੇ ਨਾਸਾ ਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਸਜ਼ਾ ਦਿੱਤੀ ਜਾਏ। ਨਾਸਾ ਦਾ ਕਾਨੂੰਨ ਵੀ ਸਰੀਰ ਵਿੱਚੋਂ ਲਹੂ ਦੀ ਬੂੰਦ ਹੇਠਾਂ ਨਾ ਡਿੱਗੇ ਤੇ ਤੁਸੀਂ ਇਹ ਕਠੋਰ ਹੋਣ। ਉਧਰ ਸ਼ੇਖ ਅਹਿਮਦ ਸ਼ਾਹ ਸਰਹੰਦੀ ਨੇ ਜਹਾਂਗੀਰ ਨੂੰ ਕਹਿ ਕੇ ਆਪਣੇ ਖਾਸ ਮੁਰਤਜ਼ਾ ਖਾਨ ਨੂੰ, ਜੋ ਕਿ ਧਰਮ ਵਿੱਚ ਕੱਟੜ ਸੀ, ਸਿੱਖ ਧਰਮ ਦਾ ਵਿਰੋਧੀ ਸੀ, ਉਹਨੂੰ ਲਾਹੌਰ ਦਾ ਨਵਾਬ ਥਪਵਾ ਦਿੱਤਾ। ਭਾਵ ਨਵਾਬੀ ਮੁਰਤਜ਼ਾ ਖਾਨ ਨੂੰ ਮਿਲ ਗਈ। ਹੁਣ ਗੁਰੂ ਸਾਹਿਬ ਨੂੰ ਇਹਨਾਂ ਨੇ ਗ੍ਰਿਫਤਾਰ ਕਰਨਾ ਹੈ। ਗੁਰੂ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ। ਹੁਣ ਚੰਦੂ ਕਹਿੰਦੇ ਵੀ ਇਹਨਾਂ ਨੂੰ ਮੇਰੇ ਹਵਾਲੇ ਕੀਤਾ ਜਾਏ। ਸ਼ੇਖ ਅਹਿਮਦ ਸ਼ਾਹ ਸਰਹੰਦੀ ਨੂੰ ਆਖਦਾ ਹੈ ਵੀ ਮੈਂ ਇਹਨਾਂ ਨੂੰ ਈਨ ਮਨਾਵਾਂਗਾ, ਇਹਨਾਂ ਨੇ ਮੇਰੇ ਲੜਕੀ ਦਾ ਰਿਸ਼ਤਾ ਵਾਪਸ ਕੀਤਾ ਹੈ, ਇਹ ਮੇਰੇ ਦੁਸ਼ਮਣ ਨੇ ਮੇਰੇ ਹਵਾਲੇ ਕੀਤਾ ਜਾਏ ਵੀ ਮੈਂ ਇਹਨਾਂ ਤੋਂ ਬਦਲਾ ਲੈਣਾ ਚਾਹੁੰਦਾ। ਹੁਣ ਸਾਧ ਸੰਗਤ ਜੀ ਗੱਲ ਧਿਆਨ ਦਿਓ। ਹੁਣ ਸਾਰੇ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਰੁੱਧ ਇਕੱਠੇ ਹੋ ਗਏ। ਸ਼ੇਖ ਅਹਿਮਦ ਸ਼ਾਹ ਸਰਹੰਦੀ, ਮੁਰਤਜ਼ਾ ਖਾਨ,
ਪ੍ਰਿਥੀ ਚੰਦ ਭਾਵੇਂ ਗੁਰੂ ਸਾਹਿਬ ਜੀ ਦਾ ਵੱਡਾ ਹੀ ਭਰਾ ਸੀ, ਪਰ ਉਹਨੂੰ ਗੁਰਿਆਈ ਦਿਸਦੀ ਸੀ। ਤੇ ਚੰਦੂ, ਹੁਣ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਕੇ ਜਦੋਂ ਲਿਆਂਦਾ ਗਿਆ ਲਾਹੌਰ, ਹੁਣ ਚੰਦੂ ਆਖਦੇ ਗੁਰੂ ਸਾਹਿਬ ਨੂੰ ਵੀ ਤੁਹਾਨੂੰ ਪਤਾ ਹੈ ਵੀ ਤੁਹਾਡੀ ਸਾਰੀ ਜ਼ਮੀਨ ਸੰਪत्ति ਜਾਇਦਾਦ ਜ਼ਬਤ ਕਰ ਲਈ ਗਈ ਹੈ ਤੇ ਬਾਦਸ਼ਾਹ ਦਾ ਹੁਕਮ ਹੈ ਤੁਹਾਨੂੰ ਯਾਸਾ ਦੇ ਕਾਨੂੰਨ ਮੁਤਾਬਕ ਸ਼ਹੀਦ ਕੀਤਾ ਜਾਏ, ਭਾਵ ਤੁਹਾਨੂੰ ਸਜ਼ਾ ਦਿੱਤੀ ਜਾਏ। ਪਰ ਤੁਹਾਡੇ ਕੋਲ ਇੱਕ ਮੌਕਾ ਹੈ ਵੀ ਮੈਂ ਤੁਹਾਡੀ ਸਜ਼ਾ ਮਾਫ ਕਰਵਾ ਸਕਦਾ ਜੇਕਰ ਤੁਸੀਂ ਮੇਰੀ ਲੜਕੀ ਦਾ ਰਿਸ਼ਤਾ ਵਾਪਸ ਕਰ ਲਿਓ। ਪਰ ਗੁਰੂ ਸਾਹਿਬ ਨੇ ਸਹਿਜ ਜਵਾਬ ਦਿੱਤਾ ਵੀ ਤੇਰੀ ਲੜਕੀ ਸਾਡੇ ਲੜਕੀ ਦੇ ਸਮਾਨ ਹੈ, ਉਹਦੇ ਨਾਲ ਸਾਡੀ ਕੋਈ ਵੈਰ ਵਿਰੋਧਤਾ ਨਹੀਂ, ਪਰ ਤੂੰ ਗੁਰੂ ਨਾਨਕ ਦੇ ਘਰ ਨੂੰ ਛੋਟਾ ਆਖਿਆ, ਮਾੜੇ ਬੋਲ ਬੋਲੇ ਨੇ। ਸਿੱਖ ਸੰਗਤ ਦਾ ਹੁਕਮ ਹੈ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ, ਤੇ ਅਸੀਂ ਆਪਣੀ ਸਿੱਖ ਸੰਗਤ ਦਾ ਹੁਕਮ ਜਿਹੜਾ ਮੋੜ ਨਹੀਂ ਸਕਦੇ। ਕਿਉਂਕਿ ਜਹਾਂਗੀਰ ਨੇ ਵੀ ਗੁਰੂ ਸਾਹਿਬ ਅੱਗੇ ਕਾਰਨ ਦੱਸੇ ਸਨ, ਇੱਕ ਤੁਸੀਂ ਆਪਣੇ ਵੱਡੇ ਭਰਾ ਦੇ ਹੱਕ ਨੂੰ ਮਾਰਿਆ, ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਿਆ, ਤੇ ਇੱਕ ਜਿਹੜਾ ਤੁਸੀਂ ਗ੍ਰੰਥ ਉਹਦੀ ਰਚਨਾ ਕੀਤੀ, ਉਹਦੇ ਚ ਮੁਸਲਮਾਨੀ ਧਰਮ ਦੀ ਨਰਾਦਰੀ ਕੀਤੀ ਹੈ ਵੀ ਜਾਂ ਤਾਂ ਉਹਦੇ ਵਿੱਚ ਮੁਸਲਮਾਨੀ ਧਰਮ ਦੇ ਉਸਤਤੀ ਦੇ ਸ਼ਬਦ ਪਾਏ ਜਾਣ, ਚੰਦੂ ਦੀ ਲੜਕੀ ਦਾ ਰਿਸ਼ਤਾ ਵਾਪਸ ਲਾਓ ਤੇ ਆਪਣੇ ਭਰਾ ਨੂੰ ਗੁਰਿਆਈ ਦਿਓ, ਕਿਉਂਕਿ ਉਹ ਵੱਡਾ, ਉਹ ਹੱਕਦਾਰ ਹੈ। ਹੁਣ ਇਹੀ ਗੱਲ ਚੰਦੂ ਆਖ ਰਿਹਾ ਹੈ। ਹੁਣ ਗੁਰੂ ਸਾਹਿਬ ਨੇ ਚੰਦੂ ਨੂੰ ਤਾਂ ਸਮਝਾ ਦਿੱਤਾ ਵੀ ਤੇਰੀ ਲੜਕੀ ਦਾ ਅਸੀਂ ਰਿਸ਼ਤਾ ਕਿਸੇ ਹਾਲਤ ਵਿੱਚ ਨਹੀਂ ਲੈ ਸਕਦੇ। ਹੁਣ ਦੂਜੀ ਰਹੀ ਗੱਲ ਗੁਰਿਆਈ ਦੀ, ਇਹ ਗੁਰਿਆਈ ਕਿਸੇ ਦੀ ਨਿੱਜੀ ਮਲਕੀਅਤ ਨਹੀਂ, ਇਹ ਧੁਰ ਦਰਗਾਹ ਤੋਂ ਜਿਹਨੂੰ ਬਖਸ਼ਿਸ਼ ਹੁੰਦੀ ਹੈ ਉਸ ਨੂੰ ਮਿਲਦੀ ਹੈ। ਭਾਵੇਂ ਪ੍ਰਿਥੀ ਚੰਦ ਸਾਡਾ ਵੱਡਾ ਭਰਾ ਹੈ, ਪਰ ਉਹ ਇਮਤਿਹਾਨ ਵਿੱਚ ਫੇਲ ਹੋਇਆ ਹੈ, ਕਿਉਂਕਿ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਪ੍ਰੀਖਿਆ ਲਈ ਉਹਦੇ ਵਿੱਚ ਸਾਰੇ ਫੇਲ ਹੋਏ, ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੋ ਧੁਰ ਦਰਗਾਹ ਤੋਂ ਗੁਰਿਆਈ ਲੈ ਕੇ ਆਏ ਸਨ, ਇਹਨਾਂ ਨੂੰ ਗੁਰਿਆਈ ਦੀ ਦਾਤ ਮਿਲੀ। ਵੀ ਗੁਰਿਆਈ ਕਿਸੇ ਦੀ ਨਿੱਜੀ ਮਲਕੀਅਤ ਨਹੀਂ, ਬਾਦਸ਼ਾਹ ਵੀ ਕਿਸੇ ਨੂੰ ਵੀ ਦੇ ਦਈਏ। ਤੇ ਇੱਕ ਨੇ ਕਾਰਨ ਹੋਰ ਵੀ ਦੱਸਿਆ ਸੀ ਵੀ ਜੋ ਤੁਹਾਨੂੰ ਚੜਾਵਾ ਚੜਦਾ ਉਹਦਾ ਟੈਕਸ ਤੁਸੀਂ ਸਰਕਾਰ ਨੂੰ ਦਿਓ। ਤੇ ਗੁਰੂ ਸਾਹਿਬ ਜੀ ਨੇ ਇਹਦਾ ਜਵਾਬ ਦਿੱਤਾ, ਬਾਦਸ਼ਾਹ ਇਹ ਜੋ ਪੈਸੇ ਨੇ ਸਿੱਖ ਸੰਗਤ ਦੀ ਮਿਹਨਤ ਦੀ ਕਮਾਈ ਹੈ, ਦਸਾਂ ਨੂੰਹਾਂ ਦੀ ਕਿਰਤ ਹੈ ਜੋ ਸਾਨੂੰ ਭੇਟਾ ਕਰਦੇ ਨੇ, ਅਸੀਂ ਤੈਨੂੰ ਟੈਕਸ ਨਹੀਂ ਦੇ ਸਕਦੇ। ਹਾਂ, ਇਸ ਪੈਸੇ ਦੇ ਨਾਲ ਕਿਸੇ ਲੋੜਵੰਦ ਦੀ ਮਦਦ ਕੀਤੀ ਜਾ ਸਕਦੀ ਹੈ, ਕਿਸੇ ਭੁੱਖੇ ਨੂੰ ਭੋਜਨ ਖਿਲਾਇਆ ਜਾ ਸਕਦਾ ਹੈ, ਕਿਸੇ ਨੰਗੇ ਨੂੰ ਵਸਤਰ ਦਵਾਏ ਜਾ ਸਕਦੇ ਨੇ, ਕਿਸੇ ਬਿਮਾਰ ਨੂੰ ਦਵਾਈ ਦਿੱਤੀ ਜਾ ਸਕਦੀ ਹੈ, ਪਰ ਅਸੀਂ ਤੈਨੂੰ ਟੈਕਸ ਨਹੀਂ ਭਰਾਂਗੇ। ਜਦੋਂ ਇਹ ਸਾਰੀਆਂ ਗੱਲਾਂ ਗੁਰੂ ਸਾਹਿਬ ਨੇ ਬਾਦਸ਼ਾਹ ਦੇ ਸਾਹਮਣੇ ਕੀਤੀਆਂ, ਉੱਥੇ ਚੰਦੂ ਵੀ ਹੈ, ਸ਼ੇਖ ਅਹਿਮਦ ਸ਼ਾਹ ਸਰਹੰਦੀ ਵੀ ਹੈ, ਮੁਰਤਜ਼ਾ ਖਾਨ ਵੀ ਹੈ। ਗੁਰੂ ਜੀ ਨੇ ਬੇਖੌਫ ਹੋ ਕੇ ਜਦੋਂ ਇਹ ਜਵਾਬ ਦਿੱਤੇ ਵੀ ਤੁਹਾਡੀ ਕੋਈ ਵੀ ਸ਼ਰਤ ਸਾਨੂੰ ਮਨਜ਼ੂਰ ਨਹੀਂ, ਸਿੱਖ ਸੰਗਤ ਦਾ ਕਹਿਣਾ ਅਸੀਂ ਮੋੜ ਨਹੀਂ ਸਕਦੇ, ਚੰਦੂ ਦੀ ਲੜਕੀ ਦਾ ਰਿਸ਼ਤਾ ਅਸੀਂ ਵਾਪਸ ਨਹੀਂ ਲੈਣਾ, ਤੇ ਗੁਰਿਆਈ ਧੁਰ ਦਰਗਾਹ ਤੋਂ ਮਿਲਦੀ ਹੈ, ਇਹ ਕਿਸੇ ਨਿੱਜੀ ਮਲਕੀਅਤ ਨਹੀਂ ਸੀ, ਗੁਰਿਆਈ ਕਿਵੇਂ ਦੇ ਦਈਏ। ਰਹੀ ਗੱਲ ਟੈਕਸ ਦੀ, ਟੈਕਸ ਅਸੀਂ ਕਿਵੇਂ ਭਰੀਏ, ਇਹ ਸਿੱਖ ਸੰਗਤ ਦੀ ਦਸਾਂ ਨੂੰਹਾਂ ਮਿਹਨਤ ਦੀ ਕਮਾਈ ਹੈ, ਲੋੜਵੰਦ ਦੀ ਮਦਦ ਕੀਤੀ ਜਾ ਸਕਦੀ ਹੈ, ਪਰ ਤੈਨੂੰ ਅਸੀਂ ਪੈਸਾ ਨਹੀਂ ਦੇਣਾ। ਰਹੀ ਚੌਥੀ ਗੱਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਉਸਤਤੀ ਦਾ, ਹਜ਼ਰਤ ਮੁਹੰਮਦ ਸਾਹਿਬ ਦਾ ਉਸਤਤੀ ਦਾ ਸ਼ਬਦ ਪਾਇਆ ਜਾਏ, ਇਹ ਜੋ ਬਾਣੀ ਇਹਦੇ ਵਿੱਚ ਅਸੀਂ ਪਾਈ ਹੈ, ਇਹਦੇ ਵਿੱਚ ਕਿਸੇ ਦੀ ਉਸਤਤੀ ਨਹੀਂ, ਇਹ ਬਾਣੀ ਧੁਰ ਦਰਗਾਹ ਤੋਂ ਆਈ ਹੈ, ਇਹਦੇ ਵਿੱਚ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਹੈ। ਇਹ ਬਾਣੀ ਉਸ ਵਾਹਿਗੁਰੂ ਖੁਦਾ ਪਰਮੇਸ਼ਰ ਦੇ ਨਾਲ ਜੋੜਦੀ ਹੈ, ਇਹਦੇ ਵਿੱਚ ਕਿਸੇ ਦੀ ਝੂਠੀ ਸਿਫਤ ਅਸੀਂ ਦਰਜ ਨਹੀਂ ਕਰਾਂਗੇ। ਹੁਣ ਜਹਾਂਗੀਰ ਇਹ ਕਹਿ ਕੇ ਤੁਰ ਗਿਆ ਵੀ ਜੋ ਤੁਹਾਨੂੰ ਚੰਗਾ ਲੱਗਦਾ ਹੈ ਯਾਸਾ ਦੇ ਕਾਨੂੰਨ ਮੁਤਾਬਕ ਇਹਨਾਂ ਨੂੰ ਕਠੋਰ ਤੋਂ ਕਠੋਰ ਤਸੀਹਾ ਦਿਓ, ਜੇ ਮੰਨ ਜਾਣ ਤਾਂ ਠੀਕ, ਨਹੀਂ ਤਾਂ ਜੋ ਤੁਹਾਡਾ ਦਿਲ ਕਰਦਾ ਹੈ।
ਹੁਣ ਦੇਖੋ ਇੱਥੇ ਤਸੀਹਾਂ ਦੀ ਸ਼ੁਰੂਆਤ ਹੁੰਦੀ ਹੈ। ਪਹਿਲਾ ਦਿਨ ਸਤਿਗੁਰੂ ਜੀ ਨੂੰ ਭੁੱਖੇ ਭਾਣੇ ਧੁੱਪ 'ਚ ਖੜਾ ਕਰਕੇ ਰੱਖਿਆ। ਕਈ ਇਤਿਹਾਸਕਾਰ ਲਿਖਦੇ ਨੇ ਬਿਠਾ ਕੇ ਰੱਖਿਆ, ਭਾਵੇਂ ਕੁਝ ਵੀ ਹੈ। ਕਹਿਣ ਤੋਂ ਭਾਵ ਸਾਰਾ ਦਿਨ ਇਸ ਜੇਠ ਹਾੜ ਦੇ ਮਹੀਨੇ ਧੁੱਪ 'ਚ ਗੁਰੂ ਸਾਹਿਬ ਨੂੰ ਰੱਖਿਆ ਗਿਆ। ਨਾ ਖਾਣ ਵਾਸਤੇ ਭੋਜਨ ਦਿੱਤਾ ਗਿਆ, ਨਾ ਪੀਣ ਵਾਸਤੇ ਪਾਣੀ ਦਿੱਤਾ ਗਿਆ। ਹੁਣ ਸ਼ਾਮ ਨੂੰ ਜਦੋਂ ਫੇਰ ਚੰਦੂ ਆਉਂਦਾ ਹੈ, ਹੁਣ ਸਤਿਗੁਰੂ ਨੇ ਫੇਰ ਅੰਦਰ ਬੰਦ ਕਰਨਾ ਹੈ। ਪੁੱਛਦਾ ਵੀ ਹਜੇ ਵੀ ਦੱਸੋ, ਜੇ ਤੁਹਾਡੀ ਸਲਾਹ ਬਦਲ ਗਈ ਹੋਵੇ ਤੇ ਮੈਂ ਬਾਦਸ਼ਾਹ ਨੂੰ ਕਹਿ ਕੇ ਤੁਹਾਡੀ ਸਜ਼ਾ ਮਾਫ ਕਰਵਾਵਾਂ, ਮੇਰੀ ਲੜਕੀ ਦਾ ਰਿਸ਼ਤਾ ਵਾਪਸ ਲਓ, ਹਾਮੀ ਭਰੋ। ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਵੀ ਸਿੱਖ ਸੰਗਤ ਦਾ ਕਹਿਣਾ ਅਸੀਂ ਮੋੜ ਨਹੀਂ ਸਕਦੇ। ਹੁਣ ਜਦੋਂ ਗੁਰੂ ਸਾਹਿਬ ਨਾ ਮੰਨੇ, ਦੂਜੇ ਦਿਨ ਹੋਰ ਇਹਨਾਂ ਨੇ ਤਸੀਹਾ ਕਠੋਰ ਕੀਤਾ। ਇੱਕ ਦੇਗ ਲਿਆਂਦੀ ਗਈ, ਉਹਦੇ 'ਚ ਪਾਣੀ ਨੂੰ ਉਬਾਲਿਆ ਗਿਆ ਤੇ ਸਤਿਗੁਰੂ ਜੀ ਨੂੰ ਉਹਦੇ ਵਿੱਚ ਆਖਿਆ ਇਹਦੇ 'ਚ ਬੈਠੋ। ਸਾਧ ਸੰਗਤ ਜੀ, ਇਹ ਗੱਲ ਸੁਣ ਲੈਣੀ ਤੇ ਸੁਣਾ ਲੈਣੀ ਬੜੀ ਸੌਖੀ ਹੈ ਵੀ ਦੇਗ ਵਿੱਚ ਉਬਾਲਿਆ ਗਿਆ। ਜਦੋਂ ਮਹਿਸੂਸ ਕਰਿਓ, ਆਪਣੀ ਅੱਖਾਂ ਅੱਗੇ ਉਸ ਚਿੱਤਰ ਨੂੰ ਲਿਆਓ, ਮਹਿਸੂਸ ਕਰਕੇ ਵੇਖੋ। ਪਹਿਲਾ ਦਿਨ ਭੁੱਖੇ ਭਾਣੇ ਧੁੱਪ 'ਚ ਖੜਾ ਕਰਕੇ ਰੱਖਿਆ, ਖਾਣ ਨੂੰ ਭੋਜਨ ਨਹੀਂ ਮਿਲਿਆ, ਪੀਣ ਵਾਸਤੇ ਪਾਣੀ ਨਹੀਂ ਮਿਲਿਆ, ਤੇ ਉਬਲਦੀ ਦੇਗ ਵਿੱਚ ਉਬਾਲਿਆ। ਜਦੋਂ ਬਾਹਰ ਕੱਢਿਆ, ਸਤਿਗੁਰੂ ਜੀ ਦਾ ਸਾਰਾ ਸਰੀਰ ਛਾਲਿਆਂ ਦੇ ਨਾਲ ਛਲਨੀ ਛਲਨੀ ਹੋ ਗਿਆ। ਚੰਦੂ ਫਿਰ ਪੁੱਛਦਾ ਹੈ, ਹਜੇ ਵੀ ਮੰਨ ਜਾਓ, ਤੁਹਾਡਾ ਇਲਾਜ ਕਰਾਵਾਂਗਾ, ਤੁਹਾਡੀ ਸਜ਼ਾ ਮੈਂ ਮਾਫ ਕਰਵਾ ਸਕਦਾ। ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ ਵੀ ਚੰਦੂ, ਸਾਡਾ ਅੱਜ ਵੀ ਉਹੀ ਜਵਾਬ ਹੈ ਜੋ ਕੱਲ ਹੈ। ਹੁਣ ਤੀਜੇ ਦਿਨ ਇਹਨਾਂ ਜ਼ਾਲਮਾਂ ਨੇ ਮਿਲ ਕੇ ਹੋਰ ਕਠੋਰ ਸਜ਼ਾ ਦੇਣ ਦੀ ਸੋਚੀ। ਤਵੀ ਮੰਗਾਈ ਗਈ, ਹੇਠਾਂ ਅੱਗ ਦਾ ਭਾਂਬੜ ਮਚਾਇਆ। ਜਦੋਂ ਅੱਤ ਦੀ ਗਰਮ ਹੋ ਗਈ ਤੇ ਸਤਿਗੁਰੂ ਜੀ ਨੇ ਆਖਿਆ ਸਤਿਗੁਰੂ ਜੀ ਨੂੰ, ਇਹਦੇ ਤੇ ਬੈਠੋ। ਸਾਧ ਸੰਗਤ ਜੀ, ਹੁਣ ਤੀਜਾ ਦਿਨ ਹੈ, ਨਾ ਖਾਣ ਵਾਸਤੇ ਭੋਜਨ, ਨਾ ਪੀਣ ਵਾਸਤੇ ਪਾਣੀ। ਸਰੀਰ ਪਹਿਲਾਂ ਹੀ ਛਾਲੇ ਛਾਲੇ ਹੋ ਗਿਆ ਦੇਗ ਵਿੱਚ ਉਬਾਲ ਕੇ। ਪਰ ਸਤਿਗੁਰੂ ਜੀ ਨੇ ਉਸ ਪਰਮੇਸ਼ਰ ਦੀ ਰਜ਼ਾ ਵਿੱਚ ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਤੇ ਬਚਨਾਂ ਅਨੁਸਾਰ ਤੱਤੀ ਤਵੀ ਤੇ ਚੌਂਕੜਾ ਮਾਰ ਕੇ ਬਹਿ ਗਏ। ਹੁਣ ਜਦੋਂ ਸ਼ਾਮਾਂ ਨੂੰ ਹੇਠਾਂ ਉਤਾਰਿਆ ਗਿਆ, ਸਤਿਗੁਰੂ ਜੀ ਦੀ ਸਰੀਰ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ। ਇੱਥੇ ਸਾਈਂ ਮੀਆਂ ਮੀਰ ਆਉਂਦਾ। ਜਦੋਂ ਸਤਿਗੁਰੂ ਜੀ ਸਰੀਰ ਦੀ ਹਾਲਤ ਵੇਖਦਾ ਹੈ, ਉਹਦੇ ਕੋਲੋਂ ਵੇਖਿਆ ਨਹੀਂ ਗਿਆ। ਆਖਦਾ ਸਤਿਗੁਰੂ ਜੀ, ਤੁਸੀਂ ਖੁਦ ਖੁਦਾ ਰੂਪ ਹੋ, ਇਹ ਤੁਹਾਡੇ ਨਾਲ ਇਹੋ ਜਿਹਾ ਵਿਤਕਰਾ, ਇਹੋ ਜਿਹਾ ਵਰਤਾਰਾ ਵਰਤਾਰੇ ਨੇ, ਇਹਨਾਂ ਨੂੰ ਸਜ਼ਾ ਦਿਓ। ਜੋ ਤੁਸੀਂ ਕੁਝ ਨਹੀਂ ਕਰਨਾ ਤੇ ਮੈਨੂੰ ਆਖੋ, ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂ। ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਮੁਸਕਰਾਏ। ਦੇਖੋ, ਪਹਿਲੇ ਦਿਨ ਧੁੱਪ 'ਚ ਖੜਾ ਕਰਕੇ ਰੱਖਿਆ ਗਿਆ, ਦੂਜਾ ਦਿਨ ਦੇਗ ਵਿੱਚ ਉਬਾਲਿਆ ਗਿਆ, ਅੱਜ ਤੀਜਾ ਦਿਨ ਤੱਤੀ ਤਵੀ ਤੇ ਬਿਠਾਇਆ ਗਿਆ। ਸਰੀਰ ਦੀ ਹਾਲਤ ਬਹੁਤ ਨਾਜ਼ੁਕ ਹੈ, ਪਰ ਸਤਿਗੁਰੂ ਜੀ ਫਿਰ ਵੀ ਸ਼ਾਂਤ ਨੇ, ਕਿਉਂਕਿ ਬਚਨ ਹੁੰਦਾ ਗੁਰਬਾਣੀ ਵਿੱਚ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੇ ਘਾਮ, ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਸਤਿਗੁਰੂ ਜੀ ਅੱਜ ਵੀ ਠੰਡੇ ਨੇ, ਅੱਜ ਵੀ ਸ਼ੀਤਲ ਨੇ। ਸਾਰੇ ਸਤਿਗੁਰੂ ਨੂੰ ਤਪਾਉਣ ਦਾ ਯਤਨ ਕਰ ਰਹੇ ਨੇ, ਸਤਿਗੁਰੂ ਜੀ ਨੂੰ ਤਪਾਉਣ ਦਾ ਯਤਨ ਕਰ ਰਹੇ ਨੇ। ਮੁਰਸ਼ਿਦਾ ਖਾਨ ਵੀ ਤੱਤਾ ਹੈ, ਸ਼ੇਖ ਅਹਿਮਦ ਸ਼ਾਹ ਸਰਹੰਦੀ ਵੀ ਤੱਤਾ ਹੈ, ਚੰਦੂ ਵੀ ਤੱਤਾ ਹੈ। ਕਿਸੇ ਸ਼ਾਇਰ ਨੇ ਲਿਖਿਆ, ਅੱਗ ਵੀ ਤੱਤੀ ਤਵੀ ਵੀ ਤੱਤੀ। ਪਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹ ਕੇਵਲ ਤਾਂ ਕੇਵਲ ਸੀਤਲ ਨੇ, ਕਿਉਂਕਿ ਉਹਨਾਂ ਕੋਲੇ ਪਰਮੇਸ਼ਰ ਦਾ ਨਾਮ ਹੈ। ਸੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਪਰ ਸਾਈਂ ਮੀਆਂ ਮੀਰ ਜਦੋਂ ਨਾ ਮੰਨਿਆ, ਗੁਰੂ ਸਾਹਿਬ ਜੀ ਨੇ ਬਚਨ ਕੀਤੇ, ਸਾਈਂ ਜੀ ਅਸੀਂ ਤੁਹਾਡੇ ਕੋਲੋਂ ਹਰਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਲਿਖਵਾਇਆ, ਉਦੋਂ ਤੁਸੀਂ ਵੇਖਿਆ ਸੀ ਸਾਡੇ ਚਿਹਰੇ ਤੇ ਮੁਸਕਰਾਹਟ ਸੀ। ਹੁਣ ਸਾਈਂ ਮੀਆਂ ਮੀਰ ਆਖਦਾ, ਹਾਂ ਮੈਂ ਵੇਖਿਆ ਸੀ ਤੁਹਾਡੇ ਚਿਹਰੇ ਤੇ ਮੁਸਕਰਾਹਟ ਸੀ। ਹੁਣ ਸਤਿਗੁਰੂ ਜੀ ਬੋਲੇ, ਸਾਈਂ ਜੀ ਹੁਣ ਅਸੀਂ ਵੀ ਇੱਕ ਨੀਂਹ ਪੱਥਰ ਰੱਖਣ ਲੱਗੇ ਆ, ਸ਼ਹੀਦੀ ਦਾ, ਸ਼ਹੀਦੀ ਦੀ ਨੀਂਹ ਰੱਖਣ ਲੱਗੇ ਆ। ਸਾਡੇ ਤੋਂ ਬਾਅਦ ਅਣਗਿਣਤ ਸ਼ਹੀਦੀਆਂ ਹੋਣੀਆਂ ਨੇ,
ਜਿੰਨੀ ਨੀਂਹ ਮਜ਼ਬੂਤ ਹੋਵੇਗੀ ਉਹਦੇ ਉੱਪਰ ਭਾਵੇਂ ਜਿੰਨੀਆਂ ਮਰਜ਼ੀਆਂ ਬਿਲਡਿੰਗਾਂ ਖੜੀਆਂ ਕੀਤੀਆਂ ਜਾ ਸਕਦੀਆਂ ਨੇ, ਜੇਕਰ ਨੀਂਹ ਮਜ਼ਬੂਤ ਹੋਵੇ। ਅਸੀਂ ਇਹੋ ਜਿਹੀ ਨੀਂਹ ਮਜ਼ਬੂਤ ਰੱਖ ਕੇ ਜਾਵਾਂਗੇ, ਸਾਡੇ ਤੋਂ ਬਾਅਦ ਅਣਗਿਣਤ ਸ਼ਹੀਦੀਆਂ ਹੋਣਗੀਆਂ, ਕੋਈ ਡੋਲੇਗਾ ਨਹੀਂ, ਕੋਈ ਈਨ ਨਹੀਂ ਮੰਨੇਗਾ। ਤੇ ਤੁਸੀਂ ਸਾਧ ਸੰਗਤ ਦੇ ਇਤਿਹਾਸ ਪੜ੍ਹਿਆ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇਖੋ, ਵੱਡਿਆਂ ਦੀ ਸ਼ਹਾਦਤ ਦੇਖੋ, ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਦੇਖੋ, ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਵੇਖੋ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਦੇਖੋ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ। ਅਣਗਿਣਤ ਸ਼ਹਾਦਤਾਂ ਹੋਈਆਂ, ਪਰ ਕੋਈ ਡੋਲਿਆ ਨਹੀਂ, ਕਿਸੇ ਨੇ ਈਨ ਨਹੀਂ ਮੰਨੀ, ਕਿਉਂਕਿ ਨੀਂਹ ਰੱਖੀ ਸੀ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਕਹਿਣ ਲੱਗੇ, ਸਾਈਂ ਜੀ ਅਸੀਂ ਇਹੋ ਜਿਹੀ ਨੀਂਹ ਮਜ਼ਬੂਤ ਰੱਖ ਕੇ ਜਾਵਾਂਗੇ, ਅਣਗਿਣਤ ਸ਼ਹੀਦੀਆਂ ਹੋਣਗੀਆਂ, ਸ਼ਹਾਦਤਾਂ ਹੋਣਗੀਆਂ, ਪਰ ਕੋਈ ਡੋਲੇਗਾ ਨਹੀਂ, ਕੋਈ ਈਨ ਨਹੀਂ ਮੰਨੇਗਾ। ਨਾਲੇ ਆਖਿਆ, ਇਹ ਉਸ ਪੰਕਤੀ ਦਾ ਵੀ ਜਵਾਬ ਹੈ ਜਦੋਂ ਤੁਸੀਂ ਪੁੱਛਿਆ ਸੀ, ਪੰਕਤੀ ਹੁੰਦੀ ਹੈ ਵੀ ਤੁਸੀਂ ਪੁੱਛਿਆ ਸੀ ਕੋਈ ਰੱਬ ਦਾ ਇਹੋ ਜਿਹਾ ਪਿਆਰਾ ਜੋ ਆਪਣੇ ਆਪ ਆਪਣੇ ਤਨ ਦੇ ਟੁਕੜੇ ਟੁਕੜੇ ਕਰਕੇ ਅੱਗ ਵਿੱਚ ਸਾੜ ਦੇਵੇ। ਕੋਈ ਹੈ ਐਸਾ ਆਦੇ ਸਮੇਂ ਵਿੱਚ? ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੁਸੀਂ ਸਾਨੂੰ ਪੁੱਛਿਆ ਸੀ ਵੀ ਅਜੋਕੇ ਸਮੇਂ ਵਿੱਚ ਵੀ ਕੋਈ ਇਹੋ ਜਿਹਾ ਹੈ ਪਰਮਾਤਮਾ ਦਾ ਭਗਤ, ਪਰਮਾਤਮਾ ਦਾ ਪਿਆਰਾ? ਕਹਿੰਦੇ ਉਸੇ ਪੰਕਤੀ ਦੀ ਵਿਆਖਿਆ ਹੈ ਕਿ ਤੁਸੀਂ ਉਦਾਸ ਨਾ ਹੋ। ਤੁਸੀਂ ਨੀਂਹ ਰੱਖੀ ਸੀ, ਅਸੀਂ ਖੁਸ਼ ਸੀ, ਅੱਜ ਅਸੀਂ ਨੀਂਹ ਰੱਖ ਰਹੇ ਹਾਂ, ਤੁਹਾਨੂੰ ਖੁਸ਼ ਹੋਣਾ ਚਾਹੀਦਾ ਹੈ। ਸਾਈਂ ਮੀਆਂ ਜੀ ਮੀਰ ਜੀ ਉੱਥੋਂ ਵਾਪਸ ਮੁੜ ਗਏ। ਦੇਖੋ ਹੁਣ ਸਰੀਰ ਛਾਲੇ ਛਾਲੇ ਹੈ, ਪਰ ਜਿਹੜਾ ਚੰਦੂ ਹੈ ਉਹ ਹਜੇ ਵੀ ਇਹ ਉਮੀਦ ਲਾ ਕੇ ਬੈਠਾ ਹੈ ਵੀ ਗੁਰੂ ਸਾਹਿਬ ਨੂੰ ਮੈਂ ਕਿਤੇ ਨਾ ਕਿਤੇ ਮਨਾ ਲਾਂਗਾ, ਕਿਤੇ ਨਾ ਕਿਤੇ ਮੈਂ ਮਨਾਉਣ ਵਿੱਚ ਕਾਮਯਾਬ ਹੋ ਜਾਵਾਂਗਾ। ਦੇਖੋ ਗੁਰੂ ਸਾਹਿਬ ਜੀ ਦੇ ਨਾਲ 5 ਸਿੰਘ ਸਨ, ਭਾਈ ਵਿਧਿਆ ਜੀ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ ਤੇ ਭਾਈ ਭਰਾ ਜੀ। 5 ਸਿੰਘ ਗੁਰੂ ਸਾਹਿਬ ਦੇ ਨਾਲ ਸਨ। ਹੁਣ ਜਦੋਂ ਗੁਰੂ ਸਾਹਿਬ ਨਹੀਂ ਮੰਨੇ, ਹੁਣ ਜ਼ਾਲਮਾਂ ਨੇ ਇਸ ਸਜ਼ਾ ਨੂੰ ਹੋਰ ਕਠੋਰ ਕਰ ਦਿੱਤਾ। ਹੁਣ ਜਿੱਥੇ ਅਗਲੇ ਦਿਨ ਤੱਤੀ ਤਵੀ ਤੇ ਬਿਠਾਇਆ, ਉੱਥੇ ਪੜਪੁੰਜਾ ਬੁਲਾ ਕੇ ਰੇਤ ਗਰਮ ਕਰਾਈ ਗਈ ਤੇ ਸਤਿਗੁਰੂ ਜੀ ਦੇ ਪਾਵਨ ਸੀਸ ਤੇ ਤੱਤੀ ਰੇਤ ਦੇ ਭਰ ਭਰ ਕੇ ਕੜਛੇ ਚੰਦੂ ਨੇ ਪਵਾਏ। ਇਤਿਹਾਸਕਾਰਾਂ ਨੇ ਉਸ ਪੜਪੁੰਜੇ ਦਾ ਨਾਮ ਗੁਰਦਿੱਤਾ ਲਿਖਿਆ ਹੈ। ਉਹ ਤਿਆਰ ਨਹੀਂ ਹੋਇਆ, ਪਰ ਉਹਨੂੰ ਡਰਾਇਆ ਧਮਕਾਇਆ ਗਿਆ। ਉਹਦੇ ਕੋਲੋਂ ਰੇਤ ਸਤਿਗੁਰੂ ਜੀ ਦੇ ਸਿਰ ਤੇ ਤੱਤੀ ਰੇਤ ਦੇ ਕੜਛੇ ਪਵਾਏ ਗਏ। ਹੁਣ ਸਤਿਗੁਰੂ ਜੀ ਦਾ ਸਾਰਾ ਸਰੀਰ ਛਲਨੀ ਛਲਨੀ ਹੋ ਗਿਆ। ਹੁਣ ਸਤਿਗੁਰੂ ਜੀ ਦਾ ਸਰੀਰ ਛਲਨੀ ਛਲਨੀ ਨਿਰਬਲ ਹੋ ਗਿਆ। ਸਤਿਗੁਰੂ ਜੀ ਨੂੰ ਜਦੋਂ ਤੱਤੀ ਤਵੀ ਤੋਂ ਹੇਠਾਂ ਉਤਾਰਿਆ, ਚੰਦੂ ਫੇਰ ਪੁੱਛਦਾ ਹੈ ਕਿ ਤੁਸੀਂ ਕੀ ਸੋਚਿਆ? ਹਜੇ ਵੀ ਮੰਨ ਜਾਓ, ਨਹੀਂ ਤਾਂ ਤੁਹਾਨੂੰ ਪਤਾ ਹੈ ਵੀ ਅਗਲੀ ਸਜ਼ਾ ਇਹਦੇ ਤੋਂ ਵੀ ਕਠੋਰ ਹੋਣੀ ਹੈ ਯਾਸਾ ਦੇ ਕਾਨੂੰਨ ਮੁਤਾਬਕ। ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕਰ ਦਿੱਤਾ। ਆਖਿਆ, ਚੰਦੂ ਸਾਡਾ ਅੱਜ ਵੀ ਜਵਾਬ ਉਹੀ ਹੈ, ਤੂੰ ਜਿੰਨੀ ਸਜ਼ਾ ਦੇ ਸਕਦਾ ਦੇ। ਅਸੀਂ ਆਪਣੀ ਸਿੱਖ ਸੰਗਤ ਦਾ ਕਹਿਣਾ ਨਹੀਂ ਮੋੜ ਸਕਦੇ। ਤੂੰ ਗੁਰੂ ਨਾਨਕ ਦੇ ਘਰ ਨੂੰ ਛੋਟਾ ਦੱਸਿਆ, ਨਰਾਦਰੀ ਭਰੇ ਬੋਲ ਬੋਲੇ ਨੇ, ਤੇਰੀ ਲੜਕੀ ਸਾਡੀ ਲੜਕੀ ਸਮਾਨ ਹੈ, ਪਰ ਤੂੰ ਮਾੜੇ ਬੋਲ ਬੋਲੇ ਨੇ, ਅਸੀਂ ਤੇਰੀ ਲੜਕੀ ਦਾ ਰਿਸ਼ਤਾ ਨਹੀਂ ਲੈਣਾ। ਸਾਧ ਸੰਗਤ ਜੀ ਹੁਣ ਦੇਖੋ, ਅਗਲੇ ਦਿਨ ਇਹਨਾਂ ਜ਼ਾਲਮਾਂ ਨੇ ਹੁਣ ਸਲਾਹ ਬੁਲਾਈ ਵੀ ਸਰੀਰ ਸਾਰਾ ਛਾਲੇ ਛਾਲੇ ਹੈ, ਇਹਨਾਂ ਨੂੰ ਰਾਵੀ ਦੇ ਠੰਡੇ ਪਾਣੀ ਵਿੱਚ ਸੁੱਟਿਆ ਜਾਏ, ਵੀ ਛਾਲੇ ਫੁੱਟਣਗੇ, ਅੱਖਾਂ ਦਰਦ ਹੋਵੇਗਾ, ਵੀ ਕਿਤੇ ਮੰਨ ਨਹੀਂ ਜਾਣ। ਹੁਣ ਇਤਿਹਾਸਕਾਰ ਲਿਖਦੇ ਨੇ ਸਤਿਗੁਰੂ ਜੀ ਕੋਲ ਤੁਰਿਆ ਨਾ ਗਿਆ। ਹੁਣ ਕਈ ਇਹ ਆਖਦੇ ਨੇ ਵੀ ਸਤਿਗੁਰੂ ਜੀ ਨੇ ਇੱਛਾ ਜ਼ਾਹਰ ਕੀਤੀ ਵੀ ਮੈਂ ਇਸ਼ਨਾਨ ਕਰਨਾ, ਪਰ ਸਾਧ ਸੰਗਤ ਜੀ ਐਸੀ ਗੱਲ ਨਹੀਂ। ਇਹ ਵੀ ਇੱਕ ਜ਼ਾਲਮਾਂ ਵੱਲੋਂ ਤਸੀਹਾ ਸੀ। ਸਰੀਰ ਜਿਹੜਾ ਛਾਲੇ ਛਾਲੇ ਹੈ, ਠੰਡੇ ਪਾਣੀ ਦੇ ਨਾਲ ਅੱਤ ਦੀ ਪੀੜਾ ਹੋਵੇਗੀ, ਦਰਦ ਹੋਵੇਗੀ, ਮੰਨ ਜਾਣਗੇ। ਹੁਣ ਸਤਿਗੁਰੂ ਜੀ ਇੱਕ ਪਾਸੇ ਭਾਈ ਵਿਧਿਆ ਦੇ ਮੋਢੇ ਤੇ ਹੱਥ ਰੱਖਿਆ ਤੇ ਦੂਜੇ ਪਾਸੇ ਭਾਈ ਜੇਠਾ ਜੀ। ਹੁਣ ਸਤਿਗੁਰੂ ਜਦੋਂ ਰਾਵੀ ਦੇ ਕੰਢੇ ਪਹੁੰਚੇ, ਆਪਣੇ ਸਿੱਖਾਂ ਨੂੰ ਆਖਿਆ ਵੀ ਸਾਡਾ ਡੇਰਾ ਆ ਗਿਆ। ਹੁਣ ਸਤਿਗੁਰੂ ਜੀ ਰਾਵੀ ਦੇ ਦਰਿਆ ਵਿੱਚ ਜ਼ਾਲਮਾਂ ਵੱਲੋਂ ਸਤਿਗੁਰੂ ਜੀ ਨੂੰ ਸੁੱਟਿਆ ਗਿਆ।
ਹੁਣ ਇਸ ਤਰ੍ਹਾਂ ਗੁਰੂ ਸਾਹਿਬ ਦੀ ਸ਼ਹਾਦਤ ਹੋਈ, ਭਾਵੇਂ ਸਤਿਗੁਰੂ ਜੀ ਆਪ ਗਏ, ਕਾਰਨ ਕੁਝ ਵੀ ਹੈ, ਪਰ ਉਹਨਾਂ ਵੱਲੋਂ ਇੱਕ ਤਸੀਹਾ ਸੀ ਕਿ ਸਤਿਗੁਰੂ ਜੀ ਨੂੰ ਠੰਡੇ ਪਾਣੀ ਵਿੱਚ ਅਕਹਿ ਦਰਦ ਹੋਵੇਗਾ, ਪੀੜਾ ਹੋਵੇਗੀ, ਸਤਿਗੁਰੂ ਜੀ ਮੰਨ ਜਾਣਗੇ। ਹੁਣ ਇੱਥੇ ਸਤਿਗੁਰੂ ਜੀ ਸ਼ਹਾਦਤ ਹੁੰਦੀ ਹੈ, ਉੱਥੇ ਅੱਜ ਗੁਰਦੁਆਰਾ ਡੇਰਾ ਸਾਹਿਬ ਮੌਜੂਦ ਹੈ। ਸਤਿਗੁਰੂ ਜੀ ਇਹ ਸ਼ਹਾਦਤ 30 ਮਈ 1606 ਈਸਵੀ ਨੂੰ ਹੋਈ ਰਾਵੀ ਦਰਿਆ, ਜਿੱਥੇ ਅੱਜ ਡੇਰਾ ਸਾਹਿਬ ਗੁਰਦੁਆਰਾ ਮੌਜੂਦ ਹੈ। ਹੁਣ ਇਸ ਤਰ੍ਹਾਂ ਦੇਖੋ, ਸਤਿਗੁਰੂ ਜੀ ਦੀ ਸ਼ਹਾਦਤ ਹੋ ਗਈ, ਪਰ ਸਤਿਗੁਰੂ ਜੀ ਜਾਣ ਤੋਂ ਪਹਿਲਾਂ ਬਾਬਾ ਬੁੱਢਾ ਜੀ ਨੂੰ ਹੁਕਮ ਕਰਕੇ ਗਏ ਸਨ, ਕਿਉਂਕਿ 11 ਸਾਲ ਦੀ ਉਮਰ ਵਿੱਚ ਆਪਣੇ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਗੁਰਗੱਦੀ ਸੌਂਪ ਕੇ ਗਏ ਸਨ। ਨਾਲ ਬਾਬਾ ਬੁੱਢਾ ਜੀ ਨੂੰ ਹੁਕਮ ਕਰਕੇ ਗਏ ਸਨ ਵੀ ਸਾਡੀ ਸ਼ਹਾਦਤ ਤੋਂ ਬਾਅਦ, ਗੁਰੂ ਸਾਹਿਬ ਨੂੰ ਪਤਾ ਸੀ ਵੀ ਸ਼ਹਾਦਤ ਨਿਸ਼ਚਿਤ ਹੈ, ਇਹਨਾਂ ਨੂੰ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨਾਣੀਆਂ ਨੇ, ਇਹਨਾਂ ਨੂੰ ਆਖਣਾ ਵੀ ਫੌਜ ਰੱਖਣ, ਕਿਉਂਕਿ ਹੁਣ ਅੱਜ ਤੋਂ ਬਾਅਦ ਸ਼ਾਂਤੀ ਨਾਲ ਗੱਲ ਨਹੀਂ ਚੱਲਦੀ। ਜ਼ਾਲਮਾਂ ਦਾ ਟਾਕਰਾ ਹੁਣ ਹਥਿਆਰਬੰਦ ਫੌਜ ਰੱਖ ਕੇ ਕਰਨਾ ਹੈ। ਤੇ ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਮੀਰੀ ਪੀਰੀ ਦੀਆਂ 2 ਕਿਰਪਾਨਾਂ ਪਹਿਨਾਈਆਂ, ਇੱਕ ਮੀਰੀ ਦੀ ਪ੍ਰਤੀਕ ਤੇ ਦੂਜੀ ਪੀਰੀ ਦੀ ਪ੍ਰਤੀਕ, ਤੇ ਗੁਰੂ ਸਾਹਿਬ ਨੇ ਅਕਾਲ ਤਖਤ ਦੀ ਸਿਰਜਣਾ ਕੀਤੀ, ਜੋ ਇਸ ਗੱਲ ਦਾ ਪ੍ਰਤੀਕ ਹੈ। ਉਧਰ ਇਤਿਹਾਸਕਾਰ ਲਿਖਦੇ ਨੇ ਵੀ ਜਹਾਂਗੀਰ ਨੂੰ ਵੀ ਪਛਤਾਵਾ ਹੋਇਆ ਵੀ ਮੇਰੇ ਕੋਲੋਂ ਬਹੁਤ ਗਲਤ ਹੋ ਗਿਆ। ਹੁਣ ਕਹਿੰਦੇ ਇਹਨੇ ਚੰਦੂ ਨੂੰ ਸਿੱਖਾਂ ਦੇ ਹਵਾਲੇ ਕਰ ਦਿੱਤਾ ਵੀ ਜੋ ਤੁਹਾਨੂੰ ਮੁਨਕਰ ਲੱਗੇ ਨੂੰ ਸਜ਼ਾ ਦਿਓ। ਹੁਣ ਸਿੱਖਾਂ ਨੇ ਚੰਦੂ ਨੂੰ ਘੋੜੇ ਨਾਲ ਬੰਨ੍ਹ ਕੇ ਲਾਹੌਰ ਦੀ ਗਲੀਆਂ ਵਿੱਚ ਘਸੀਟਿਆ। ਉਹੀ ਪੜਪੁੰਜਾ ਭਾਈ ਗੁਰਦਿੱਤਾ ਜੀ ਦਾ ਨਾਂ ਇਤਿਹਾਸ ਚ ਆਇਆ ਹੈ, ਜਿਹਦੇ ਕੋਲੋਂ ਜ਼ਬਰਦਸਤੀ ਚੰਦੂ ਨੇ ਸੀਸ ਤੇ ਰੇਤ ਪਵਾਈ ਸੀ। ਸਾਧ ਸੰਗਤ ਜੀ, ਉਹ ਉਸ ਦਿਨ ਤੋਂ ਇੱਕ ਕਮਲਾ ਹੋ ਗਿਆ ਸੀ, ਕਿਉਂਕਿ ਜਦੋਂ ਰੇਤ ਪਾ ਰਿਹਾ ਸੀ ਨੇ ਗੁਰੂ ਸਾਹਿਬ ਨੂੰ ਆਖਿਆ ਸੀ, ਸਤਿਗੁਰੂ ਜੀ ਮੈਂ ਇਹਨਾਂ ਹੱਥਾਂ ਦੇ ਨਾਲ ਅਣਗਿਣਤ ਲੋਕਾਂ ਨੂੰ ਸਜ਼ਾ ਦਿੱਤੀ ਹੈ, ਪਰ ਮੈਂ ਤੁਹਾਡੇ ਸੀਸ ਤੇ ਨਾ ਚਾਹੁੰਦਿਆਂ ਹੋਇਆਂ ਵੀ ਇਹ ਤੱਤੀ ਰੇਤ ਦੇ ਕੜਛੇ ਭਰ ਕੇ ਪਾ ਰਿਹਾ, ਪਰ ਮੈਨੂੰ ਫਿਰ ਵੀ ਸੀਤਲਤਾ ਦਾ ਮਹਿਸੂਸ ਹੋ ਰਹੀ ਹੈ, ਠੰਡ ਮਹਿਸੂਸ ਹੋ ਰਹੀ ਹੈ। ਰੇਤ ਤੱਤੀ ਹੈ, ਤਵੀ ਤੱਤੀ ਹੈ, ਪਰ ਮੈਨੂੰ ਫਿਰ ਵੀ ਤੁਹਾਡੇ ਵਿੱਚੋਂ ਸੀਤਲਤਾ ਮਹਿਸੂਸ ਹੋ ਰਹੀ ਹੈ ਵੀ ਮੈਨੂੰ ਮਾਫ ਕਰ ਦਿਓ। ਗੁਰੂ ਸਾਹਿਬ ਨੇ ਆਖਿਆ ਸੀ ਵੀ ਜਿਹੜਾ ਤੇਰੇ ਮਨ ਅੰਦਰ ਇਹ ਪ੍ਰੇਮ ਤੇ ਵੈਰਾਗ ਪੈਦਾ ਹੋਇਆ ਹੈ, ਤੈਨੂੰ ਸਾਂਭ ਕੇ ਰੱਖੀ। ਇਸੇ ਪ੍ਰੇਮ ਤੇ ਵੈਰਾਗ ਨੇ ਤੈਨੂੰ ਗੁਰੂ ਨਾਨਕ ਦੇ ਨਾਲ ਮਿਲਾ ਦੇਣਾ ਹੈ। ਗੁਰੂ ਨਾਨਕ ਦੇ ਘਰ ਦੀ ਤੇਰੇ ਤੇ ਕਿਰਪਾ ਵਰਤੀ ਕਿ ਇਸ ਪ੍ਰੇਮ ਤੇ ਵੈਰਾਗ ਨੂੰ ਸਾਂਭ ਕੇ ਰੱਖੀ। ਹੁਣ ਸਾਧ ਸੰਗਤ ਜੀ, ਉਸੇ ਦਿਨ ਤੋਂ ਗਲੀਆਂ ਵਿੱਚ ਘੁੰਮਦਾ ਪਾਗਲਾ ਵਾਂਗੂ ਤੇ ਆਖਦਾ, ਧੰਨ ਸ੍ਰੀ ਗੁਰੂ ਅਰਜਨ ਦੇਵ, ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਗਲੀਆਂ ਵਿੱਚ ਤੁਰਦਾ, ਜਦੋਂ ਕਹਿੰਦੇ ਚੰਦੂ ਦੇ ਕੋਲ ਦੀ ਲੰਘਿਆ, ਉਹਨੇ ਉਹੀ ਪੜਪੁੰਜੇ ਨੇ ਜਿਸ ਰੇਤ ਦੇ ਤੱਤੇ ਰੇਤ ਦੇ ਕੜਛੇ ਭਰ ਕੇ ਉਹਨੇ ਸਤਿਗੁਰੂ ਜੀ ਪਾਵਨ ਸੀਸ ਤੇ ਪਾਏ ਸਨ, ਉਸੇ ਕੜਛੇ ਦੇ ਨਾਲ ਮਾਰ ਮਾਰ ਕੇ ਚੰਦੂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਵੀ ਚੰਦੂ ਵੀ ਮਰ ਮੁੱਕਿਆ। ਸੋ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਆਪਣੀ ਸ਼ਹੀਦੀ ਦਿੱਤੀ। ਦੁਨੀਆ ਵਿੱਚ ਅਣਗਿਣਤ ਸ਼ਹੀਦ ਨੇ, ਪਰ ਸ਼ਹੀਦਾਂ ਦੇ ਸਿਰ ਦਾ ਤਾਜ ਗੁਰੂ ਸਾਹਿਬ ਨੂੰ ਆਖਿਆ ਜਾਂਦਾ ਹੈ। ਇਹੋ ਜਿਹੀ ਨੀਂਹ ਰੱਖੀ, ਅਣਗਿਣਤ ਸ਼ਹੀਦੀਆਂ ਹੋਈਆਂ ਤੇ ਹੁਣ ਵੀ ਹੋ ਰਹੀਆਂ ਨੇ, ਪਰ ਕੋਈ ਗੁਰੂ ਕਾ ਸਿੱਖ ਡੋਲਿਆ ਨਹੀਂ, ਕੋਈ ਘਬਰਾਇਆ ਨਹੀਂ। ਸਾਧ ਸੰਗਤ ਜੀ, ਅੱਜ ਸਾਨੂੰ ਲੋੜ ਹੈ ਗੁਰੂ ਸਾਹਿਬ ਦੇ ਜੋ ਸਿਧਾਂਤ ਨੇ ਉਹਨਾਂ ਤੇ ਪਹਿਰਾ ਦੇਣ ਦੀ, ਗੁਰੂ ਸਾਹਿਬ ਦੇ ਹੁਕਮਾਂ ਤੇ ਚੱਲਣ ਦੀ। ਲੰਗਰ ਲੱਗਦੇ ਨੇ, ਛਬੀਲਾਂ ਲੱਗਦੀਆਂ ਨੇ, ਲੱਗਣੀਆਂ ਚਾਹੀਦੀਆਂ ਨੇ, ਕੋਈ ਇਹਦੇ ਚ ਦੋ ਰਾਏ ਨਹੀਂ, ਪਰ ਉਦੋਂ ਹੀ ਸਾਡੇ ਗੁਰਪੁਰਬ ਮਨਾਏ ਸਫਲੇ ਹੋਣੇ ਨੇ ਜਦੋਂ ਗੁਰੂ ਸਾਹਿਬ ਦੇ ਸਿਧਾਂਤਾਂ ਤੇ ਚੱਲਾਂਗੇ, ਗੁਰੂ ਸਾਹਿਬ ਦੇ ਹੁਕਮਾਂ ਨੂੰ ਆਪਣੇ ਹਿਰਦੇ ਚ ਵਸਾਵਾਂਗੇ। ਕਿਸੇ ਸ਼ਾਇਰ ਨੇ ਲਿਖਿਆ, ਜਿਨ ਕਾ ਦਿਨ ਮਨਾਤੇ ਹੋ ਉਨਕੀ ਬਾਤ ਕੋ ਵੀ ਮਾਨੋ, ਜਿਨ ਕਾ ਦਿਨ ਮਨਾਤੇ ਹੋ ਉਨਕੀ ਰਮਜ ਕੋ ਵੀ ਜਾਨੋ। ਸੋ ਗੁਰੂ ਸਾਹਿਬ ਨੇ ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ। ਬਚਨ ਆਪਾਂ ਪੜ੍ਹਦੇ ਆ, ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਥ ਨਾਨਕ ਮੰਗੈ, सूरज किरण मिले जल का जल हुआ राम, ज्योति जोत रली संपूर्ण थिया राम। सो गुरु साहब की इस तरह शहादत हुई।
ਸੋ ਅਰਦਾਸ ਕਰੀਏ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਚਰਨਾਂ ਵਿੱਚ ਸਾਨੂੰ ਵੀ ਗੁਰਸਿੱਖੀ ਜੀਵਨ ਨਾਮ ਦੀ ਦਾਤ ਬਖਸ਼ਿਸ਼ ਕਰਨ, ਆਪਣੇ ਬਚਨਾਂ ਤੇ ਤੁਰਨ ਦਾ ਸਾਨੂੰ ਬਲ ਬਖਸ਼ਿਸ਼ ਕਰਨ। ਸੋ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।